ਕਈ ਮਹੀਨਿਆਂ ਦੀ ਤਿਆਰੀ ਅਤੇ ਉਡੀਕ ਤੋਂ ਬਾਅਦ ਆਖਰਕਾਰ ਸਤਸੰਗ ਦਾ ਦਿਨ ਆ ਪਹੁੰਚਾ ਹੈ। ਸੇਵਾਦਾਰ ਹਾਲ ਦੇ ਅੰਦਰ ਸੰਗਤ ਦਾ ਸਵਾਗਤ ਕਰਦੇ ਹਨ ਅਤੇ ਇਹ ਨਿਸ਼ਚਿਤ ਕਰਦੇ ਹਨ ਕਿ ਸਭ ਨੂੰ ਆਰਾਮਦੇਹ ਜਗ੍ਹਾ ਮਿਲ ਜਾਵੇ। ਅੰਤਰਰਾਸ਼ਟਰੀ ਸੈਂਟਰਾਂ ਉੱਤੇ ਸੇਵਾਦਾਰ ਅੰਦਰ ਦਾਖਲ ਹੋਣ ਵਾਲੀ ਥਾਂ ਤੋਂ ਅਪਾਹਜਾਂ ਨੂੰ ਸਤਸੰਗ ਵਾਲੀ ਥਾਂ ਤੱਕ ਪਹੁੰਚਾਉਣ ਲਈ ਸ਼ਟਲ ਸਰਵਿਸ ਦਾ ਪ੍ਰਬੰਧ ਕਰਦੇ ਹਨ। ਸਭ ਸੈਂਟਰਾਂ ਵਿੱਚ ਸੇਵਾਦਾਰ ਡਾਕਟਰ ਅਤੇ ਨਰਸਾਂ ਸੰਕਟ ਸਮੇਂ ਸਹਾਇਤਾ ਕਰਨ ਲਈ ਤਿਆਰ ਰਹਿੰਦੇ ਹਨ। ਆਡੀਓ ਵੀਡੀਓ ਟੀਮ ਵਾਲੇ ਸੇਵਾਦਾਰ ਇਹ ਨਿਸ਼ਚਿਤ ਕਰਦੇ ਹਨ ਕਿ ਸਤਿਗੁਰੂ ਦਾ ਉਪਦੇਸ਼ ਸਾਰੇ ਹਾਲ ਵਿੱਚ ਸਾਫ਼-ਸਾਫ਼ ਸੁਣਾਈ ਦੇਵੇ ਅਤੇ ਵੀਡੀਓ ਸਕਰੀਨਾਂ ਉੱਤੇ ਸਤਿਗੁਰੂ ਦਾ ਸਰੂਪ ਠੀਕ ਰੂਪ ਵਿੱਚ ਦਿਖਾਈ ਦੇਵੇ। ਸ਼ਬਦ ਗਾਉਣ ਵਾਲੇ ਪਾਠੀ ਹਾਲ ਵਿੱਚ ਸ਼ਾਂਤੀ ਅਤੇ ਸ਼ਰਧਾ ਭਰਿਆ ਵਾਤਾਵਰਨ ਪੈਦਾ ਕਰਦੇ ਹਨ। ਆਵੋ ਸਜਣਾ ਹੋ ਦੇਖਾਂ ਦਰਸ਼ਨ ਤੇਰਾ ਰਾਮ। ਸੰਗਤ ਚੁੱਪਚਾਪ ਉਤਸੁਕਤਾ ਨਾਲ ਸਤਿਗੁਰ ਦੇ ਆਉਣ ਦਾ ਇੰਤਜ਼ਾਰ ਕਰਦੀ ਹੈ। ਸਤਿਗੁਰ ਦਾ ਸਟੇਜ ਉੱਤੇ ਆਉਣਾ ਅਤਿਅੰਤ ਖੁਸ਼ੀ ਅਤੇ ਆਨੰਦ ਭਰਿਆ ਪਲ ਹੁੰਦਾ ਹੈ। ਇਹ ਸੰਗਤ ਅਤੇ ਸਤਿਗੁਰੂ ਦੋਹਾਂ ਲਈ ਆਪਸੀ ਪ੍ਰੇਮ ਭਰੇ ਸੰਬੰਧ ਦਾ ਵਿਸ਼ੇਸ਼ ਮੌਕਾ ਹੁੰਦਾ ਹੈ। ਕਈ ਵਾਰ ਸਤਿਗੁਰੂ ਲਗਭਗ 1.5 ਘੰਟੇ ਦਾ ਸਤਸੰਗ ਫਰਮਾਉਂਦੇ ਹਨ ਅਤੇ ਕਈ ਵਾਰ ਸਵਾਲਾਂ ਜਵਾਬਾਂ ਦੇ ਸੈਸ਼ਨ ਲਗਾਉਂਦੇ ਹਨ ਤਾਂ ਜੋ ਸੰਤਾਂ ਦੇ ਉਪਦੇਸ਼ ਦੀ ਹੋਰ ਵੱਧ ਵਿਆਖਿਆ ਕੀਤੀ ਜਾ ਸਕੇ। ਕਈ ਵਾਰ ਸਤਿਗੁਰੂ ਦੇ ਜਵਾਬਾਂ ਵਿੱਚ ਹਾਸ ਰਸ ਦੀ ਚਾਸ਼ਨੀ ਹੁੰਦੀ ਹੈ, ਜਿਸ ਨਾਲ ਸੰਗਤ ਹਾਸੇ ਨਾਲ ਲੋਟ-ਪੋਟ ਹੋ ਜਾਂਦੀ ਹੈ ਅਤੇ ਵਾਤਾਵਰਨ ਖੇੜੇ ਨਾਲ ਭਰ ਜਾਂਦਾ ਹੈ। ਸਤਿਗੁਰੂ ਦੀ ਹਾਜ਼ਰੀ ਵਿੱਚ ਦੁਨੀਆ ਅਤੇ ਇਸ ਦੇ ਝਮੇਲੇ ਪਰ ਲਾ ਕੇ ਉੱਡ ਜਾਂਦੇ ਹਨ। ਡੇਰੇ ਵਿਖੇ ਅਤੇ ਕਈ ਅੰਤਰਰਾਸ਼ਟਰੀ ਸੈਂਟਰਾਂ ਵਿੱਚ ਸੇਵਾਦਾਰ ਸਤਸੰਗ ਦੇ ਨਾਲ-ਨਾਲ ਵੱਖ-ਵੱਖ ਭਾਸ਼ਾਵਾਂ ਵਿੱਚ ਅਨੁਵਾਦ ਕਰਦੇ ਜਾਂਦੇ ਹਨ। ਕਈ ਸੈਂਟਰਾਂ ਵਿੱਚ ਉਹਨਾਂ ਸਰੋਤਿਆਂ ਲਈ ਇੱਕ ਖਾਸ ਥਾਂ ਨਿਰਧਾਰਿਤ ਕੀਤੀ ਜਾਂਦੀ ਹੈ ਜਿਨ੍ਹਾਂ ਨੂੰ ਉੱਚਾ ਸੁਣਾਈ ਦਿੰਦਾ ਹੈ। ਜ਼ਿਆਦਾਤਰ ਅੰਤਰਰਾਸ਼ਟਰੀ ਸੈਂਟਰਾਂ ਉੱਤੇ 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਪਰਿਵਾਰਕ ਥਾਂ ਦੀ ਸਹੂਲੀਅਤ ਉਪਲਬਧ ਹੁੰਦੀ ਹੈ। ਹਰ ਬੱਚੇ ਦੇ ਨਾਲ ਮਾਤਾ ਪਿਤਾ ਜਾਂ ਕੋਈ ਸਰਪ੍ਰਸਤ ਹੁੰਦਾ ਹੈ, ਪਰ ਫਿਰ ਵੀ ਸੁਖਾਵਾ ਮਾਹੌਲ ਕਾਇਮ ਰੱਖਣ ਲਈ ਸੇਵਾਦਾਰ ਹਾਜ਼ਰ ਰਹਿੰਦੇ ਹਨ। ਬਹੁਤ ਸਾਰੇ ਸੈਂਟਰਾਂ ਉੱਤੇ ਮਾਤਾ ਪਿਤਾ ਅਤੇ ਸਰਪ੍ਰਸਤਾਂ ਲਈ ਸਤਿਗੁਰੂ ਦੇ ਸਤਸੰਗ ਦੀ ਨਿਰਵਿਘਨ ਆਡੀਓ ਧਾਰਾ ਸੁਣਨ ਲਈ ਹੈਡਸੈਟ ਉਪਲਬਧ ਹੁੰਦੇ ਹਨ। ਸੇਵਾਦਾਰ ਬੱਚਿਆਂ ਲਈ ਮਨੋਰੰਜਨ ਦੇ ਸਾਧਨ ਵੀ ਮੁਹੱਈਆ ਕਰਾਉਂਦੇ ਹਨ। ਸਤਸੰਗ ਤੋਂ ਬਾਅਦ ਲੋਕ ਇੱਕ ਦੂਜੇ ਨਾਲ ਮਿਲ ਕੇ ਆਪਣੇ ਮਿੱਤਰਾਂ ਸੰਬੰਧੀਆਂ ਨਾਲ ਕੁਦਰਤੀ ਵਾਤਾਵਰਣ ਵਿੱਚ ਆਨੰਦ ਮਾਣਦੇ ਹਨ। ਜੋ ਲੋਕ ਸੰਤ ਮਤ ਦੀ ਜੀਵਨ ਜੁਗਤੀ ਬਾਰੇ ਵਾਕਫੀ ਹਾਸਲ ਕਰਨੀ ਚਾਹੁੰਦੇ ਹਨ, ਉਹਨਾਂ ਲਈ ਵਾਜਬ ਕੀਮਤ 'ਤੇ ਪੁਸਤਕਾਂ ਅਤੇ ਆਡੀਓ ਵੀਡੀਓ ਸੀਡੀਜ਼ ਉਪਲਬਧ ਹੁੰਦੀਆਂ ਹਨ। ਜਿਨ੍ਹਾਂ ਨੂੰ ਕਿਸੇ ਕਿਸਮ ਦੀ ਸਹਾਇਤਾ ਦੀ ਲੋੜ ਹੋਵੇ, ਉਹਨਾਂ ਲਈ ਜਾਣਕਾਰੀ ਦੇਣ ਵਾਲੇ ਕਾਊਂਟਰ ਮੌਜੂਦ ਹੁੰਦੇ ਹਨ।
ਕਈ ਅੰਤਰਰਾਸ਼ਟਰੀ ਸੈਂਟਰਾਂ ਉੱਤੇ ਨਿਰਧਾਰਿਤ ਸਤਸੰਗਾਂ ਵਾਲੇ ਦਿਨਾਂ ਵਿੱਚ ਸੰਗਤ ਨੂੰ ਲਾਗਤ ਤੋਂ ਵੀ ਘੱਟ ਮੁੱਲ ਉੱਤੇ ਪੈਕ ਕੀਤਾ ਭੋਜਨ ਮਿਲ ਸਕਦਾ ਹੈ। ਸੇਵਾਦਾਰ ਸਵੇਰੇ 4 ਵਜੇ ਇਹ ਭੋਜਨ ਤਿਆਰ ਕਰਨਾ ਸ਼ੁਰੂ ਕਰ ਦਿੰਦੇ ਹਨ। ਉਹ ਵਲੇਟੇ ਹੋਏ ਖਾਣੇ ਨੂੰ ਪਹਿਲਾਂ ਡੀਫਰੋਸਟ ਕਰਕੇ ਬਿਜਲੀ ਦੇ ਤੰਦੂਰਾਂ ਵਿੱਚ ਗਰਮ ਕਰਦੇ ਹਨ ਤਾਂ ਜੋ ਸੰਗਤ ਸਤਸੰਗ ਤੋਂ ਇੱਕਦਮ ਬਾਅਦ ਗਰਮਾ ਗਰਮ ਭੋਜਨ ਦਾ ਸਵਾਦ ਮਾਣ ਸਕੇ। ਹੇਨਜ਼ ਪਾਰਕ ਵਿਖੇ ਸੰਗਤ ਲਈ ਰੋਜ਼ ਲਗਭਗ 15,000 ਪੈਕ ਲੰਚ ਤਿਆਰ ਕੀਤੇ ਜਾਂਦੇ ਹਨ। ਸੇਵਾਦਾਰਾਂ ਨੂੰ ਸਾਰੇ ਦਿਨ ਪੌਸ਼ਟਿਕ ਭੋਜਨ ਦਿੱਤਾ ਜਾਂਦਾ ਹੈ। ਕਈਆਂ ਵਾਸਤੇ ਭੋਜਨ ਦਾ ਸਮੇਂ ਲੰਮੀ ਸੇਵਾ ਤੋਂ ਬਾਅਦ ਕੁਝ ਆਰਾਮ ਕਰਨ ਅਤੇ ਆਪਣੇ ਅਨੁਭਵ ਦੂਸਰਿਆਂ ਨਾਲ ਸਾਂਝੇ ਕਰਨ ਦਾ ਮੁਬਾਰਕ ਵਕਤ ਹੁੰਦਾ ਹੈ। ਕਈ ਸੇਵਾਦਾਰ ਜਿਹੜੇ ਇਕੱਠੇ ਸੇਵਾ ਕਰਦੇ ਹਨ ਆਪਸ ਵਿੱਚ ਜੀਵਨ ਭਰ ਦੇ ਮਿੱਤਰ ਬਣ ਜਾਂਦੇ ਹਨ। One of the wonderful side effects of Seva, there's one center that I go to that there is a lot of youngsters at this center, and they all came from different general satsangs and from all over the country, and they didn't know each other, and they were in a certain way a little bit alone. They might have been the only vegetarian in school. They might have been the only one that when they said, oh, let's go out and do this, they said, no, I'll pass. And then they go and do Seva together, and they become part of a team where they realize, look, I can have all of these friends. I can have this activity on a Saturday or a Sunday where all of us come from different places, different backgrounds, different castes, different colors, and we all do this together, and people become lifelong friends. And the only thing they might have in common is that joy, that pleasure that comes from spending hours working with each other so satsang can be held. And there's nothing like that because you have a common goal and a common purpose. ਡੇਰੇ ਵਿਖੇ ਭੋਜਨ ਵਰਤਾਏ ਜਾਣ ਵਾਲੀ ਥਾਵਾਂ ਉੱਤੇ ਸਭ ਤੋਂ ਵੱਧ ਸੇਵਾ ਵਾਲੀ ਸਰਗਰਮੀ ਦਿਖਾਈ ਦਿੰਦੀ ਹੈ। ਲੰਗਰ ਵਿੱਚ ਦਿਨ ਰਾਤ ਸੇਵਾਦਾਰ ਨਿਰੰਤਰ ਭੱਠੀਆਂ ਤਪਾਈ ਰੱਖਦੇ ਹਨ ਜਿਸ ਨਾਲ ਲੱਖਾਂ ਦੀ ਗਿਣਤੀ ਵਿੱਚ ਰੋਟੀਆਂ ਬਣਾਈਆਂ ਜਾਂਦੀਆਂ ਹਨ। ਵੱਖ-ਵੱਖ ਕਿਸਮਾਂ ਦਾ ਭੋਜਨ ਬੜੀ ਮਾਤਰਾ ਵਿੱਚ ਤਿਆਰ ਕੀਤਾ ਜਾਂਦਾ ਹੈ। ਚਾਹ ਤਿਆਰ ਕੀਤੀ ਜਾਂਦੀ ਹੈ ਅਤੇ ਬਰਤਨ ਸਾਫ਼ ਕੀਤੇ ਜਾਂਦੇ ਹਨ। ਮਿਹਨਤ ਦੀ ਮੂਰਤ ਲੰਗਰ ਦੇ ਸੇਵਾਦਾਰ ਰਾਤ ਦਿਨ ਸ਼ਬਦ ਗਾਉਂਦੇ ਹੋਏ ਆਪਣੇ ਸਤਿਗੁਰੂ ਦੀ ਸੰਗਤ ਲਈ ਭੋਜਨ ਤਿਆਰ ਕਰਨ ਦੀ ਸੇਵਾ ਦਾ ਆਨੰਦ ਮਾਣਦੇ ਰਹਿੰਦੇ ਹਨ। ਸ਼ਾਮ ਦੀ ਇੱਕ ਮੀਟਿੰਗ ਸਮੇਂ ਇੱਕ ਬੀਬੀ ਨੇ ਸਤਿਗੁਰੂ ਨੂੰ ਕਿਹਾ ਕਿ ਮੈਂ ਦੇਖਿਆ ਹੈ ਕਿ ਸੇਵਾਦਾਰ ਬਹੁਤ ਦੇਰ ਤੱਕ ਮੁਸ਼ਕਲ ਹਾਲਾਤਾਂ ਵਿੱਚ ਸੇਵਾ ਕਰਦੇ ਰਹਿੰਦੇ ਹਨ। ਉਹਨਾਂ ਨੂੰ ਕਾਫੀ ਬੇਆਰਾਮੀ ਮਹਿਸੂਸ ਹੁੰਦੀ ਹੋਵੇਗੀ। ਉਸਨੇ ਪੁੱਛਿਆ ਕਿ ਸੇਵਾ ਲਈ ਇੰਨੀ ਭਾਰੀ ਬੇਆਰਾਮੀ ਬਰਦਾਸ਼ਤ ਕਰਨਾ ਜ਼ਰੂਰੀ ਹੈ। ਸਤਿਗੁਰੂ ਨੇ ਬੀਬੀ ਦੀ ਗੱਲ ਨਾਲ ਸਹਿਮਤੀ ਪ੍ਰਗਟ ਨਾ ਕੀਤੀ ਅਤੇ ਕਿਹਾ, ਮੈਂ ਨਹੀਂ ਸਮਝਦਾ ਕਿ ਸੇਵਾਦਾਰ ਇਸ ਗੱਲ ਨਾਲ ਸਹਿਮਤ ਹੋਣਗੇ। ਸਗੋਂ ਉਹ ਕਹਿਣਗੇ, ਕਿਹੜੀ ਪਰੇਸ਼ਾਨੀ, ਕਿਹੜੀ ਬੇਆਰਾਮੀ। ਆਪਨੇ ਕਿਹਾ ਕਿ ਜੇ ਕੋਈ ਉਹ ਸੇਵਾ ਅਤੇ ਉਸ ਵਿੱਚ ਮਿਲਣ ਵਾਲੀ ਪਰੇਸ਼ਾਨੀ ਜਾਂ ਬੇਆਰਾਮੀ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਸੇਵਾਦਾਰ ਇਨਕਾਰ ਕਰ ਦੇਣਗੇ। ਆਪਨੇ ਜੂਨ ਦੀ ਗਰਮੀ ਵਿੱਚ ਲੰਗਰ ਵਿੱਚ ਚਪਾਤੀਆਂ ਪਕਾਉਣ ਵਾਲੇ ਸੇਵਾਦਾਰਾਂ ਦੀ ਮਿਸਾਲ ਦਿੱਤੀ। ਉਹ ਸਖਤ ਗਰਮੀ ਵਿੱਚ ਵੀ ਰਾਤ ਦੇਰ ਤੱਕ ਸੇਵਾ ਵਿੱਚ ਜੁਟੇ ਰਹਿੰਦੇ ਹਨ। ਆਪਨੇ ਕਿਹਾ, ਜਦੋਂ ਵੀ ਮੈਂ ਸਵੇਰੇ 2-3 ਵਜੇ ਡੇਰੇ ਦੇ ਦੌਰੇ ਉੱਤੇ ਗਿਆ ਹਾਂ ਤਾਂ ਉਹਨਾਂ ਵਿੱਚੋਂ ਕਈ ਭਜਨ ਉੱਤੇ ਬੈਠੇ ਸਨ। ਸੇਵਾ ਦਾ ਇੱਕ ਵੱਡਾ ਵਰਦਾਨ ਇਹ ਹੈ ਕਿ ਇਹ ਸਾਨੂੰ ਆਪਣੇ ਵਿੱਚ ਇਸ ਤਰ੍ਹਾਂ ਲੀਨ ਕਰ ਲੈਂਦੀ ਹੈ ਕਿ ਅਸੀਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਭੁੱਲ ਜਾਂਦੇ ਹਾਂ। ਸਾਨੂੰ ਆਪਣੇ ਸਰੀਰ ਦੇ ਦੁੱਖ ਤਕਲੀਫਾਂ ਭੁੱਲ ਜਾਂਦੀਆਂ ਹਨ। ਸਾਨੂੰ ਆਪਣੀਆਂ ਚਿੰਤਾਵਾਂ ਅਤੇ ਸੰਸਾਰੀ ਕੰਮ ਧੰਦੇ ਭੁੱਲ ਜਾਂਦੇ ਹਨ ਅਤੇ ਅਸੀਂ ਪੂਰੀ ਤਰ੍ਹਾਂ ਆਪਣੀ ਸੇਵਾ ਦੇ ਕਾਰਜ ਦੀ ਪ੍ਰਸੰਨਤਾ ਵਿੱਚ ਲੀਨ ਹੋ ਜਾਂਦੇ ਹਾਂ। ਇੱਕ ਵਾਰ ਮਹਾਤਮਾ ਗਾਂਧੀ ਨੇ ਫਰਮਾਇਆ ਸੀ, ਆਪਣੇ ਆਪ ਨੂੰ ਤਲਾਸ਼ ਕਰਨ ਦਾ ਸਭ ਤੋਂ ਉੱਤਮ ਢੰਗ ਆਪਣੇ ਆਪ ਨੂੰ ਦੂਸਰਿਆਂ ਦੀ ਸੇਵਾ ਵਿੱਚ ਖੋ ਦੇਣਾ ਹੈ। हमें तो पता ही भी नहीं चलता धूप है कि छाँव है, कैसा मौसम है। हम तो अपनी सेवा में लगे रहते हैं और सेवा करते रहते हैं। नहीं टायर्ड, बिल्कुल नहीं टायर्ड, नहीं फील होता ही नहीं है। बाबा जी की दया से पता नहीं अलग सा महसूस होता है, जैसे कि हम पता नहीं कहाँ आ गए हैं, क्या यहाँ पर क्या माहौल है इसका हम बता भी नहीं सकते। जब बाबा जी शाम को सुबह यहाँ दर्शन देने आते हैं तो जब वो दर्शन दे के जाते हैं तो इतनी एनर्जी मिलती है, प्यार मिलता है,
तो सेवा करने का बहुत मन करता है। ਸੇਵਾ ਇੱਕ ਇਹੋ ਜਿਹੀ ਚੀਜ਼ ਹੈ ਜਿਹਦੇ ਨਾਲ ਅਸੀਂ ਸਾਡਾ ਤਨ ਮਨ ਠੰਡਾ ਹੋ ਜਾਂਦਾ ਹੈ, ਜਿਹਦੇ ਨਾਲ ਕਰਨ ਦੇ ਨਾਲ ਸਾਨੂੰ ਬਾਬਾ ਜੀ ਦੀ ਜਿਹੜੀ ਖੁਸ਼ੀ ਮਿਲਦੀ ਹੈ ਉਹ ਅਸੀਂ ਬਿਆਨ ਹੀ ਨਹੀਂ ਇਸ ਚੀਜ਼ ਨੂੰ ਕਰ ਸਕਦੇ। ਬਾਬਾ ਜੀ ਨੂੰ ਉਹ ਇੱਕ ਚੀਜ਼ ਹੀ ਚੰਗੀ ਲੱਗਦੀ ਹੈ, ਨਿਮਰਤਾ ਅਤੇ ਡਿਸਿਪਲਨ। ਅਸੀਂ ਸੇਵਾ 'ਤੇ ਆ ਕੇ ਸਾਨੂੰ ਇਹੀ ਚੀਜ਼ ਸਿਖਾਈ ਜਾਂਦੀ ਹੈ ਵੀ ਸੇਵਾ ਕਿਵੇਂ ਕਰਨੀ ਹੈ, ਸੇਵਾ ਦੇ ਵਿੱਚ ਰਹਿ ਕੇ ਨਿਮਰਤਾ ਕਿਵੇਂ ਪੈਦਾ ਕਰਨੀ, ਕਿਵੇਂ ਕਿਸੇ ਦੇ ਨਾਲ ਬੋਲਣਾ ਹੈ, ਆਪ ਤੋਂ ਵੱਡੇ ਦੇ ਨਾਲ ਅਤੇ ਆਪ ਤੋਂ ਛੋਟੇ ਦੇ ਨਾਲ। ਸਵਾਲ ਕੀਤਾ ਜਾ ਸਕਦਾ ਹੈ ਕਿ ਇਹ ਚੱਟਾਨ ਵਰਗੀ ਮਜ਼ਬੂਤ ਸਮਰਪਣ ਦੀ ਭਾਵਨਾ ਅਤੇ ਸੇਵਾ ਲਈ ਇਹ ਅਥਾਹ ਸਮਰੱਥਾ ਕਿੱਥੋਂ ਆਉਂਦੀ ਹੈ। Actually, everything comes from him. He gives the strength, he gives the good thoughts. All what is good comes from him. So, at the end of the day, if you are open to his compassion, to his grace, you get everything. Just keep open. Open your heart, and God gives to whom he wants to give and as much as he wants to give. There is an anecdote that comes to mind of Hazur Maharaji during the time of the I camp. And he brought Dr. Pawa to the evening meeting with the Westerners. And he introduced Dr. Power. He sat him next to him. He said, all are quite familiar with Dr. Power's name. He is associated with our I camp right from the inception. He is dedicated to the cause of eliminating blindness. He is well-known eye surgeon. Nobody can doubt that. Over and above, he is very humble. He is very lovable and a kind person. He is unconscious of his greatness. I have nothing else to say. that was a beautiful moment in the life of a Sevadar that had given everything, completely forgotten what he was about. And the Master saying he is not even conscious of the greatness of his service. ਜਦੋਂ ਸਤਿਗੁਰੂ ਦੇ ਨਿਰਧਾਰਿਤ ਸਤਸੰਗ ਪ੍ਰੋਗਰਾਮ ਦੌਰਾਨ ਸਤਸੰਗ ਵਿੱਚ ਸ਼ਾਮਲ ਹੋਣ ਵਾਲਿਆਂ ਦੀ ਗਿਣਤੀ ਲੱਖਾਂ ਤੱਕ ਪਹੁੰਚ ਜਾਂਦੀ ਹੈ ਤਾਂ ਕਈਆਂ ਨੂੰ ਹੈਰਾਨੀ ਹੁੰਦੀ ਹੈ ਕਿ ਸੇਵਾਦਾਰ ਇੰਨੀ ਭਾਰੀ ਭੀੜ ਨੂੰ ਕਿਸ ਤਰ੍ਹਾਂ ਸਲੀਕੇ ਨਾਲ ਨਿਯੰਤਰਣ ਵਿੱਚ ਰੱਖਦੇ ਹਨ ਅਤੇ ਸੰਗਤ ਦੇ ਵਹਾਅ ਨੂੰ ਵਿਧੀਪੂਰਵਕ ਅਨੁਸ਼ਾਸਨ ਵਿੱਚ ਰੱਖਦੇ ਹਨ। ਭੀੜ ਨੂੰ ਕਾਬੂ ਰੱਖਣ ਵਾਲੇ, ਸੁਰੱਖਿਆ ਵਾਲੇ ਅਤੇ ਟ੍ਰੈਫਿਕ ਸੇਵਾਦਾਰ ਹਰ ਥਾਂ ਦਿਖਾਈ ਦਿੰਦੇ ਹਨ। ਨੌਜਵਾਨ ਅਤੇ ਬਜ਼ੁਰਗ, ਬੀਬੀਆਂ ਅਤੇ ਭਾਈ ਸਾਰੇ ਪੈਦਲ ਚੱਲਣ ਵਾਲਿਆਂ ਨੂੰ ਅਤੇ ਟ੍ਰੈਫਿਕ ਨੂੰ ਨਿਯੰਤਰਣ ਵਿੱਚ ਰੱਖਦੇ ਹਨ। ਉਹ ਇਸ ਗੱਲ ਦਾ ਧਿਆਨ ਰੱਖਦੇ ਹਨ ਕਿ ਕਿਤੇ ਵੀ ਲੋੜ ਤੋਂ ਵੱਧ ਭੀੜ ਇਕੱਠੀ ਨਾ ਹੋ ਜਾਵੇ ਅਤੇ ਸਭ ਲੋਕ ਸੁਰੱਖਿਅਤ ਰਹਿਣ। ਕੁਝ ਸਾਲ ਪਹਿਲੋਂ ਦਿੱਲੀ ਦੇ ਅਖਬਾਰਾਂ ਵਿੱਚ ਇੱਕ ਲੇਖ ਛਪਿਆ ਸੀ ਕਿ ਦਿੱਲੀ ਦੇ ਪੁਲਿਸ ਕਰਮਚਾਰੀਆਂ ਨੇ ਸਤਸੰਗ ਦੇ ਪ੍ਰੋਗਰਾਮ ਦੇ ਦੌਰਾਨ ਟ੍ਰੈਫਿਕ ਦੇ ਨਿਯੰਤਰਿਤ ਵਹਾਅ ਨੂੰ ਦੇਖ ਕੇ ਰਾਧਾ ਸਵਾਮੀ ਸਤਸੰਗ ਬਿਆਸ ਦੇ ਸੇਵਾਦਾਰਾਂ ਤੋਂ ਭੀੜ ਨਿਯੰਤਰਣ ਬਾਰੇ ਸੁਝਾਅ ਮੰਗੇ ਸਨ। You see, biggest challenge for us in security is crowd management. Today here you must have seen, we have handled Sangat of around say 4 lakh plus at times. How to handle this crowd? When they have to enter inside the satsang, when they come out, entry, exit points, when they go for langar, canteen, sanitary problems. Everywhere you will find security sevadar standing there. And this is not a small thing, handling such a big crowd. You see, you must have read, you must have seen at many times, there's a small gathering,
things have not been managed properly. There's a stampede, there are so many deaths. And in our organization, it's all thanks to Babaji, there has not been a single case like this. Well, at least in my career of so many years, last 55 years, 60 years about, I have never seen any such a case. We've gone through many such times when there have been problems, but with His grace, everything has gone well. We enjoy doing seva. Otherwise, we would have spoiled half our life in all these worldly things and all. Now at least we are away from those things. Life is full of tensions, you know. Only the days you are here in satsang, seva, you are away from your tensions and all. ਜਦੋਂ ਭੀੜ 5 ਲੱਖ ਤੱਕ ਪਹੁੰਚ ਜਾਂਦੀ ਹੈ ਤਾਂ ਸਫਾਈ ਅਤੇ ਅਰੋਗਤਾ ਦਾ ਪ੍ਰਬੰਧ ਬਹੁਤ ਮਹੱਤਵਪੂਰਨ ਹੋ ਜਾਂਦਾ ਹੈ। ਸਵੇਰੇ 4 ਵਜੇ ਤੋਂ ਹੀ ਸੇਵਾਦਾਰ ਸਾਰੇ ਆਲੇ ਦੁਆਲੇ ਨੂੰ ਬਿਲਕੁਲ ਸਾਫ਼ ਸੁਥਰਾ ਕਰਨਾ ਸ਼ੁਰੂ ਕਰ ਦਿੰਦੇ ਹਨ ਅਤੇ ਪੂਰਾ ਧਿਆਨ ਰੱਖਦੇ ਹਨ ਕਿ ਇਸ਼ਨਾਨ ਘਰ ਪੂਰੀ ਤਰ੍ਹਾਂ ਸਾਫ਼ ਹੋਣ ਅਤੇ ਕਿਸੇ ਤਰ੍ਹਾਂ ਦੀ ਛੂਤ ਦੀ ਬਿਮਾਰੀ ਫੈਲਣ ਦਾ ਖਤਰਾ ਨਾ ਹੋਵੇ। My first visit in the sanitation department. When I just arrived, Master Ji asked Dr. Goyal and Mr. Krishan to take me to the sheds where they were plastering the surface of the ground with cow dung. And first I didn't want to, but because I was assigned to go there, I went with these two people. The minute I landed near shed, there was such a strong smell of cow dung that I just wanted to run away. And these people realized that I was very uncomfortable, but they sort of asked me to move a little forward. I entered the sheds, combed my way through, and my life changed. I saw a definite pattern of movement. I saw everybody singing shabads, smiling, knee deep in cow dung. I was amazed. I felt embarrassed that look at these people. I mean, it was pure joy just doing that plastering of the ground. And I think I'll never forget that scene, and I'll never forget what seva really means. ਮਾਸਟਰ ਜੀ ਡੇਰੇ ਵਿਖੇ ਸਭ ਤੋਂ ਵੱਧ ਉਤਸ਼ਾਹਜਨਕ ਸੇਵਾਦਾਰਾਂ ਵਿੱਚੋਂ ਇੱਕ ਸਨ। ਉਹ ਸਾਲਾਂ ਬੱਧੀ ਸਫਾਈ ਵਿਭਾਗ ਦੇ ਮੁਖੀਆ ਰਹੇ। ਉਹਨਾਂ ਦੇ ਗਤੀਸ਼ੀਲ ਵਿਅਕਤਿਤਵ ਅਤੇ ਸੇਵਾ ਦੀ ਪ੍ਰਬਲ ਭਾਵਨਾ ਨੇ ਹਜ਼ਾਰਾਂ ਸੇਵਾਦਾਰਾਂ ਨੂੰ ਪ੍ਰੇਮ ਅਤੇ ਉਤਸ਼ਾਹ ਨਾਲ ਸੇਵਾ ਕਰਨ ਲਈ ਪ੍ਰੇਰਿਤ ਕੀਤਾ। I distinctly recall a patient, one of these summer mornings, a man wrapped up in a kambal, a blanket, was left outside a hospital gate. Master Ji went there, and when he opened up the blanket, there was this man who was delirious because of high fever. And there was a strong odor there, which was coming from his right leg, which had a huge sore covering the leg. And there were maggots crawling all over it. And people who were standing around, they moved back a few steps when they saw this patient. But Master Puran Singh just picked him up like that, with great care, love, affection, holding him next to his chest and brought him into the hospital, where we cleaned up that wound with Sevlon, removed the maggots. Then we took him to the bathroom which was there, gave him a shower. And then he was admitted to the medical ward. And a few days later, his fever came down, and his maggots disappeared and his wound started healing. Because whenever there was an issue with a patient in the emergency or on the wards or in the OPD, we would always call for him, call Master Ji, there's a situation here. And he'll be there within minutes. And everybody wondered, does he ever sleep?
because he never asked for his second in command or, off time. And we were not able to catch him sleeping, because whenever he was not actively running around, he would sit down and wrap himself with his pagadi, his turban, and so that the legs were pushed against his chest, and he will just sit in meditation. So he was a great source of inspiration, not only in terms of tenderness and compassion to patients, but also to utilization of whatever spare time you have for meditation, rather than going to sleep or relaxing yourself by watching TV or something like that. See, the best part of rotation was I started with Seva under Master Puran Singh. Their work, Seva would start at 2 a.m. and end at 6 p.m. And they were all never out of energy and full of mud. And the amount of effort they put in and whatever I saw was amazing. He used to motivate the Sevadars. He would talk about Babaji's grace and motivational stories of saints. And then he just had a way of putting the words across, and he'd just say, go, and people would just keep working. And he used to lead from the front. When I was there, I was probably just doing half the seva what everybody else was doing. I lost about 3 kgs in about a week. So that's not bad, Later part, when near his end, during those days he was terminally ill, but he didn't give up his seva. If he'd gain consciousness in hospital, he'd want to come and report for duty. So that was very humbling. So I just hope the next generation and our generation can even be a fraction of what the seva all these people did. ਡੇਰੇ ਵਿਖੇ ਵੰਗਾਰ ਭਰੀਆਂ ਸੇਵਾਵਾਂ ਵਿੱਚੋਂ ਸਭ ਤੋਂ ਵੱਧ ਵੰਗਾਰ ਭਰੀ ਸੇਵਾ ਸੜਕ ਦੇ ਨਿਰਮਾਣ ਦੀ ਹੈ। ਇਸ ਨੂੰ ਲੁਕਦੀ ਸੇਵਾ ਕਹਿੰਦੇ ਹਨ। ਸਾਲ ਦੇ ਸਭ ਤੋਂ ਗਰਮ ਮਹੀਨਿਆਂ ਵਿੱਚ ਜਦੋਂ ਤਾਪਮਾਨ 48 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਂਦਾ ਹੈ, ਹਜ਼ਾਰਾਂ ਜੱਥਾ ਸੇਵਾਦਾਰ ਪੁਰਾਣੀਆਂ ਸੜਕਾਂ ਦੀ ਸੁਧਾਈ ਅਤੇ ਨਵੀਆਂ ਸੜਕਾਂ ਦੇ ਨਿਰਮਾਣ ਲਈ ਇਕੱਠੇ ਹੋ ਜਾਂਦੇ ਹਨ। ये सेवा बाबा जी करवाते हैं, जीव नहीं कर सकते। ये उनके क्रिएटिव पावर ही सेवा करवा रही है। इतनी धूप में जितनी भी बहना है वो कभी घर पे तो एसी से बाहर नहीं निकलते, यहाँ पे आके जो सेवा करते हैं सतगुरु की दया है, उनकी क्रिएटिव पावर शब्द में ही सेवा होती है। इस सेवा में तो जो आनंद है दुनिया में कोई किसी चीज़ में आनंद नहीं। अगर कोई मिस कर देता है तो जितने दिन वो घर रहेगा वो ऐसे तड़पेगा जैसे मच्छी पानी के भी गैर तड़पती है ना, वैसे तड़पता है। जे बाबा जी दर्शन नहीं भी देके जाते तो हमारे को ये नहीं होता। सेवा में उतनी हमारे को ताकत रहती है, सेवा करने में उतना ही मज़ा आता है। बाबा जी नहीं भी होते तो सेवा तो बाबा जी आप खुद करा रहे होते, हम तो करने वाले नहीं हैं। पहले जब शुरू में लुक सेवा स्टार्ट हुई थी तो उस टाइम हम बाल्टियों में तेल लेके चलते थे और भट्टी तैयार करते थे। 250-250 मीटर पर टैंक लगाते थे, उसमें बाल्टियों से तेल लेके जाते थे। आज तो बाबा जी ने इतना बड़ा प्लांट लगा दिया, इतनी बड़ी रहमत कर दी, हम बयान ही नहीं कर सकते। बहुत ही खुशी मिलती है हमें। सवेरे 5 बजे से बाबा जी इतना खिलाते हैं। सवेरे 5 बजे पहले नाश्ता आता है, फिर 8 बजे नाश्ता आता है, फिर 10 बजे हजूर महाराज के टाइम महाराज जी आकर कहते थे इनको लस्सी भी देना, शिकंजी भी देना। मतलब इतना खाने को देते हैं बाबा जी, इतना खाने को देते हैं। हम घर जाते हैं तो हम मोटे होके जाते हैं, हमारा वज़न बढ़ जाता है। घुटने भी रिप्लेस हो गए, दोनों घुटने भी रिप्लेस हो गए। फिर भी मैं, साहब को पता है, मैं सवेरे 5 बजे आता हूँ, रात के 7 बजे तक बाबा जी सेवा करवाते हैं। कोई थकान ही नहीं आती। They are really very helpful and very willing workers. It is just to see to believe how they feed so many people and how they toil and work day and night and without any obligation to anybody.
I even don't know who works and where they work and when they work. They just come, take their duties and do their work, pack up things, lock them, and then go back to their homes and come again next satsang. So it's really amazing the spirit with which they work. I remember hearing Babaji proudly speaking of his Sevadars when he worked against all odds to build a shed for refugees in Kashmir. I still remember his face when he proudly put his hand to his heart and addressed them as my Sevadars. You could see how moved he was by this act of love. ਇੱਕ ਵਾਰ ਕਿਸੇ ਨੇ ਸਤਿਗੁਰੂ ਨੂੰ ਪੁੱਛਿਆ ਕਿ ਸਾਰੀ ਦੁਨੀਆ ਵਿੱਚ ਸਤਸੰਗਾਂ ਲਈ ਜਾਇਦਾਦਾਂ ਕਿਉਂ ਖਰੀਦੀਆਂ ਜਾ ਰਹੀਆਂ ਹਨ। ਆਪ ਨੇ ਸਮਝਾਇਆ ਕਿ ਇਹਨਾਂ ਜਾਇਦਾਦਾਂ ਦਾ ਇਹ ਮਕਸਦ ਹੈ ਕਿ ਸਭ ਲੋਕ ਇੱਥੇ ਰਲ ਮਿਲ ਕੇ ਇਕਸੁਰਤਾ ਵਿੱਚ ਸੇਵਾ ਕਰ ਸਕਣ। ਇਹ ਸਿੱਖਣ ਕਿ ਕਿਸੇ ਦਾ ਦਿਲ ਨਹੀਂ ਦੁਖਾਣਾ ਚਾਹੀਦਾ ਅਤੇ ਕਿਵੇਂ ਇੱਕ ਦੂਜੇ ਦੀ ਸਹਾਇਤਾ ਕਰਨੀ ਹੈ, ਇੱਕ ਦੂਜੇ ਦਾ ਸਹਾਰਾ ਬਣਨਾ ਹੈ। ਇਸ ਮਿਲਵਰਤਨ ਦੀ ਭਾਵਨਾ ਦੇ ਜ਼ਰੀਏ ਹੀ ਇੱਕੋ ਪਿਤਾ ਦੇ ਬੱਚਿਆਂ ਵਾਂਗ ਸੇਵਾਦਾਰਾਂ ਵਿੱਚ ਇੱਕ ਖਾਸ ਸੰਬੰਧ ਕਾਇਮ ਹੁੰਦਾ ਹੈ। When Babaji came here to tell us that we had successfully negotiated for this property, for this study center, he said, "You're not building a building, you're building a community." And we experience that community with one another by doing seva and with one another as sevadars. It's not always easy. We don't always agree. We don't all share the same personalities. Sometimes we struggle to get along with one another, but ultimately we are one family, and it is the seva that brings us together and forms the love and the bonds that create that family, that community. When Babaji came, he started buying properties, started creating centers. And I remember in the beginning thinking, why has he bought such a big place? It was probably about 60, 80 acres of land. And I just couldn't imagine why he was buying so much property just to hold satsang. A few acres would have been sufficient for a building. So a year or two later, I went there, saw the center. Michael was the chairperson at that time. He said, what happened is that, as you know, it has a very large Indian population, and these are mostly Punjabis, and most of them are from the rural areas in Punjab. Not so much the young people, but certainly the parents were all farmers. And as they started coming here, the young people would bring their parents and their brothers and their families over, and basically they had nothing to do. Back in India, they all did seva. Whether they were coming to the Dera to do seva or in their big satsang centers in Jalandhar or Phagwara and all these places, there was plenty of physical seva to do. Here there was nothing. And if they were not able to do seva, they felt like an arm was missing. Something was missing from their samadhi experience. So he said what happened is we started doing vegetable farming and everything out here and leveling the land and stuff. And all of these young people, as well as their parents, would start coming out. And when they first started coming, they were all pretty bent over and tired. They'd been sitting in apartments and houses for several years. And he said within a year, they were running all over the place. They were jumping on tractors and having a great time. And he said it just gave new life to the whole Sangat. And that's when I realized that these centers, even though they seem big, they
create the opportunity for people to do seva. Nobody's forced to do it. Nobody's asked to come. All they ever say is there's need for seva for this thing or this thing, and people come. So that's when I realized, actually, for many people on the path, seva is a very, very important aspect of their life. Gives them that opportunity to serve the Sangat. They're actually serving the Master by serving the Sangat. And it's their way of giving thanks to their Master for giving them everything they've gotten. ਸਟੱਡੀ ਸੈਂਟਰ ਦੀ ਉਸਾਰੀ ਸਮੇਂ ਇੱਕ ਸੇਵਾਦਾਰ ਨੇ ਇੱਕ ਸੁੰਦਰ ਉਪਮਾ ਦੀ ਵਰਤੋਂ ਕੀਤੀ। ਉਸਨੇ ਲਿਖਿਆ ਹੈ ਕਿ ਸੈਂਟਰ ਦੀ ਸਟੀਲ ਸਟੱਡ ਕੰਧ ਉਸਾਰਨ ਲਈ 90,000 ਧਾਤ ਦੇ ਪੇਚ ਵਰਤਣੇ ਪਏ। ਧਾਤ ਦੇ ਇੱਕ ਪੇਚ ਦੀ ਕੀਮਤ ਕੀ ਹੈ? ਨਾ ਹੋਣ ਦੇ ਬਰਾਬਰ ਹੈ। ਪਰ ਜਦੋਂ ਲੰਮੇ ਸਮੇਂ ਤੱਕ ਖਾਸ ਮੰਤਵ ਲਈ ਇੱਕ ਤੋਂ ਬਾਅਦ ਦੂਜਾ, ਦੂਜੇ ਤੋਂ ਬਾਅਦ ਤੀਜਾ ਧਾਤ ਦਾ ਛੋਟਾ ਜਿਹਾ ਪੇਚ ਪੂਰੇ ਧਿਆਨ ਨਾਲ ਲਾਇਆ ਜਾਂਦਾ ਹੈ, ਜਦੋਂ ਤੱਕ ਹੌਲੀ ਹੌਲੀ 90,000 ਪੇਚ ਭਲੀ ਭਾਂਤੀ ਕਸ ਹੋ ਜਾਂਦੇ ਹਨ, ਤਾਂ ਇੱਕ ਵੱਡੀ ਲੰਮੀ ਚੌੜੀ ਉੱਚੀ ਇਮਾਰਤ ਖੜੀ ਹੋ ਜਾਂਦੀ ਹੈ। ਇਸੇ ਤਰ੍ਹਾਂ ਮਨ ਵਿੱਚ ਪਵਿੱਤਰ ਪੰਜਨਾਮਾ ਦਾ ਲਗਾਤਾਰ ਸਿਮਰਨ ਕਰਨ ਦੀ ਕੀਮਤ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ। ਇੱਕ ਵਾਰ ਕੀਤਾ ਪੰਜਨਾਮ ਦਾ ਸਿਮਰਨ ਵਿਅਰਥ ਮਹਿਸੂਸ ਹੋ ਸਕਦਾ ਹੈ, ਪਰ ਜਦੋਂ ਖਾਸ ਮੰਤਵ ਲਈ ਧਿਆਨਪੂਰਵਕ ਦੂਜੀ ਵਾਰ, ਤੀਜੀ ਵਾਰ ਅਤੇ ਬਾਰ-ਬਾਰ ਲੰਮੇ ਸਮੇਂ ਤੱਕ ਇਹ ਸਿਮਰਨ ਕੀਤਾ ਜਾਂਦਾ ਹੈ, ਤਾਂ ਇੱਕ ਇਮਾਰਤ ਨਹੀਂ, ਇੱਕ ਚੇਤਨਾ ਖੜੀ ਹੋ ਜਾਂਦੀ ਹੈ। ਪਰਮਾਰਥ ਦੇ ਮਾਰਗ ਉੱਤੇ ਦ੍ਰਿੜਤਾਪੂਰਵਕ ਲਗਨ ਨਾਲ ਯਤਨ ਕਰਦੇ ਜਾਣਾ ਬਹੁਤ ਜ਼ਰੂਰੀ ਹੈ। ਸੇਵਾ ਸ਼ਿਸ਼ ਨੂੰ ਸਮਝਾਉਂਦੀ ਹੈ ਕਿ ਜੇ ਲਗਨ ਹੋਵੇਗੀ ਤਾਂ ਸਫਲਤਾ ਜ਼ਰੂਰ ਪ੍ਰਾਪਤ ਹੋਵੇਗੀ। ਸੇਵਾ ਵਿੱਚ ਹਰ ਕਿਸੇ ਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਤੁਹਾਡੇ ਧੀਰਜ ਦਾ ਇਮਤਿਹਾਨ ਹੁੰਦਾ ਹੈ ਅਤੇ ਸੇਵਾ ਛੱਡ ਦੇਣਾ ਹੀ ਆਸਾਨ ਤਰੀਕਾ ਪ੍ਰਤੀਤ ਹੁੰਦਾ ਹੈ। ਅਜਿਹੇ ਮੌਕਿਆਂ ਉੱਤੇ ਹੀ ਸ਼ਿਸ਼ ਨੂੰ ਦ੍ਰਿੜਤਾਪੂਰਵਕ ਯਤਨ ਜਾਰੀ ਰੱਖਣ ਦੀ ਸਿਖਲਾਈ ਪ੍ਰਾਪਤ ਹੁੰਦੀ ਹੈ। ਅਜਿਹੇ ਮੌਕਿਆਂ ਉੱਤੇ ਹੀ ਸ਼ਿਸ਼ ਮਾਨਸਿਕ ਮਾਸਪੇਸ਼ੀਆਂ ਮਜ਼ਬੂਤ ਕਰਕੇ ਸ਼ਾਂਤੀ, ਲਚਕ ਅਤੇ ਮਨੋਬਲ ਦੀ ਉਸਾਰੀ ਕਰ ਸਕਦਾ ਹੈ। ਇਹੋ ਕਾਰਨ ਹੈ ਕਿ ਸਤਿਗੁਰੂ ਕਹਿੰਦੇ ਹਨ ਕਿ ਹਰੇਕ ਨੂੰ ਸੇਵਾ ਦੀ ਲੋੜ ਹੈ ਅਤੇ ਜੇ ਕੋਈ ਸੇਵਾ ਕਰ ਪਾਉਂਦਾ ਹੈ, ਉਸ ਦੀ ਭਾਰੀ ਖੁਸ਼ਕਿਸਮਤੀ ਹੈ। ਇੱਕ ਵਾਰ ਸਤਿਗੁਰੂ ਨੇ ਸਮਝਾਇਆ ਕਿ ਸੇਵਾ ਘੜੀ ਦੇ ਪੈਂਡੂਲਮ ਸਮਾਨ ਹੈ। ਅਜਿਹੇ ਮੌਕੇ ਵੀ ਆਉਂਦੇ ਹਨ ਜਦੋਂ ਪੈਂਡੂਲਮ ਇੱਕ ਪਾਸੇ ਝੂਲਦਾ ਹੈ ਅਤੇ ਸਭ ਕੁਝ ਆਨੰਦ ਭਰਪੂਰ ਪ੍ਰਤੀਤ ਹੁੰਦਾ ਹੈ। ਇਹ ਪੂਰਨਤਾ ਹੁੰਦੀ ਹੈ, ਪ੍ਰੇਮ ਹੁੰਦਾ ਹੈ ਅਤੇ ਮਨ ਸਤਿਗੁਰੂ ਉੱਤੇ ਪੂਰੀ ਤਰ੍ਹਾਂ ਥਿਰ ਹੁੰਦਾ ਹੈ। ਫਿਰ ਅਜਿਹੇ ਮੌਕੇ ਵੀ ਆਉਂਦੇ ਹਨ ਜਦੋਂ ਪੈਂਡੂਲਮ ਦੂਸਰੇ ਪਾਸੇ ਝੂਲਦਾ ਹੈ, ਜਦੋਂ ਸੇਵਾਦਾਰ ਇੱਕੋ ਸੋਚ, ਇੱਕੋ ਮਨੋਦਸ਼ਾ ਵਾਲੇ ਨਹੀਂ ਹੁੰਦੇ। ਪ੍ਰੇਮ ਦੂਰ ਦੀ ਯਾਦ ਬਣ ਜਾਂਦਾ ਹੈ ਅਤੇ ਸੇਵਾ ਵਿੱਚੋਂ ਖੁਸ਼ੀ ਨਹੀਂ ਮਿਲਦੀ। ਪੂਰੀ ਤਸਵੀਰ ਸਿਰਫ ਸਤਿਗੁਰੂ ਦੇ ਸਾਹਮਣੇ ਹੁੰਦੀ ਹੈ ਅਤੇ ਉਸ ਨੂੰ ਪਤਾ ਹੁੰਦਾ ਹੈ ਕਿ ਅੰਤ ਨੂੰ ਸਭ ਕੁਝ ਠੀਕ ਹੋ ਜਾਵੇਗਾ। ਰੂਹਾਨੀ ਵਿਕਾਸ ਲਈ ਸਬਰ, ਧੀਰਜ ਅਤੇ ਭਰੋਸੇ ਦੇ ਸਬਕ ਸਿੱਖਣੇ ਜ਼ਰੂਰੀ ਹੁੰਦੇ ਹਨ। ਪਰ ਸੇਵਾ ਦੀਆਂ ਅਜਿਹੀਆਂ ਹੋਂਦ ਉੱਤੇ ਸੱਟ ਮਾਰਨ ਵਾਲੀ ਅਵਸਥਾ ਵਿੱਚ ਹੀ ਅਸੀਂ ਪੂਰਨ ਨਿਮਰਤਾ ਦਾ ਸਭ ਤੋਂ ਵੱਧ ਮਹੱਤਵਪੂਰਨ ਸਬਕ ਸਿੱਖ ਪਾਉਂਦੇ ਹਾਂ। As a Sevadar, anyone first and foremost should have the faith and know that no matter what, he is watching, whether he's there or not at that point in time, but he's definitely watching. Have the faith, wo yaqeen which we say or talk about in satsang, that bharosa and trust, and know that you're doing it for him, you're doing it for the sangat, you're doing it for his love and nothing else. And you have to let go. You have to remove the I of the I, basically, and just let go and forget about everything else. ਇੱਕ ਵਾਰ ਇੱਕ ਸੇਵਾਦਾਰ ਨੇ ਹਜ਼ੂਰ ਮਹਾਰਾਜ ਜੀ ਨੂੰ ਪੁੱਛਿਆ, ਮਹਾਰਾਜ ਜੀ,
ਜਦੋਂ ਇਹ ਮਹਿਸੂਸ ਹੋਵੇ ਕਿ ਸੇਵਾ ਕਾਰਨ ਸਾਡੇ ਅੰਦਰ ਹੰਕਾਰ ਪੈਦਾ ਹੋ ਰਿਹਾ ਹੈ ਤਾਂ ਕੀ ਸੇਵਾ ਛੱਡ ਦੇਣੀ ਚਾਹੀਦੀ ਹੈ? ਹਜ਼ੂਰ ਮਹਾਰਾਜ ਜੀ ਨੇ ਜਵਾਬ ਦਿੱਤਾ, You should give up that ego rather than seva. Seva will help you to create humility sooner or later. But give up the ego which you think is attached to your type of seva. By running away from the situation, we don't solve any problem. We have to tackle the situation. ਹੋ ਸਕਦਾ ਹੈ ਕਈ ਵਾਰ ਸੇਵਾਦਾਰ ਇਹ ਮਹਿਸੂਸ ਕਰਨਾ ਸ਼ੁਰੂ ਕਰ ਦੇਣ ਕਿ ਉਹਨਾਂ ਨੂੰ ਕੋਈ ਖਾਸ ਸੇਵਾ ਉਹਨਾਂ ਦੀ ਕਾਬਲੀਅਤ, ਲਿਆਕਤ ਜਾਂ ਵਿੱਦਿਆ ਦੇ ਪੱਧਰ ਕਾਰਨ ਦਿੱਤੀ ਗਈ ਹੈ। ਸੰਭਵ ਹੈ ਕਿ ਕਿਸੇ ਸੇਵਾਦਾਰ ਨੂੰ ਆਪਣੀ ਖੂਬੀਆਂ, ਆਪਣੇ ਗੁਨਾਹ ਦਾ ਹੰਕਾਰ ਹੋ ਜਾਵੇ, ਪਰ ਵੱਡੇ ਮਹਾਰਾਜ ਜੀ ਕਿਹਾ ਕਰਦੇ ਸਨ, ਜੇ ਕੁੱਲ ਮਾਲਿਕ ਨੂੰ ਮਨਜ਼ੂਰ ਹੋਵੇ ਤਾਂ ਉਹ ਪੱਥਰਾਂ ਤੋਂ ਵੀ ਕੰਮ ਲੈ ਸਕਦਾ ਹੈ। One of the biggest lessons I learned was years ago. I was given a seva to stand by one of the entrances where the people were all coming into the satsang during one of the big satsang weekends. And my job was very simple. I was standing at the top of the stairs and dividing the crowd as they came in, gents to the left, ladies to the right. That's all I did. And Sevadar came up to me and said that Mr. Mehta wanted to speak to me, and can I please come right away? And I said, okay, fine, get somebody to take my place. And he said, no, don't worry about it. We'll cover it. We'll take care of it. You just go. I said, okay, fine. So as I walked away, I looked back just to see that somebody had taken my place. And I watched the Sevadar pick up a tall potted plant from the wall and put it right where I was standing. And it's at that point I realized that the Guru can get his work done even by a potted plant, that none of us are indispensable. Well, when I first started Seva, Babaji said, if you remember these 4 sets of instructions, you will always do well. The first one was, let there be grace in your Seva. In other words, decorum, dignity, compassion. Secondly, don't abuse your position. The third one was, do what's in the interest of the Sangat as a whole. And the last one, always remember to remove the individuality from your seva. ਜਦੋਂ ਨਿਮਰਤਾ ਦੇ ਭਾਵ ਨਾਲ ਸੇਵਾ ਕੀਤੀ ਜਾਂਦੀ ਹੈ, ਜਦੋਂ ਸੇਵਾਦਾਰ ਉਸ ਕੁੱਲ ਮਾਲਿਕ ਨੂੰ ਹਰ ਕਾਰਜ ਦਾ ਕਰਤਾ ਸਮਝਦਾ ਹੈ, ਤਾਂ ਉਹ ਆਪਣੇ ਆਪ ਨੂੰ ਸਿਰਫ ਉਸ ਕਰਤਾ ਦੇ ਹੱਥ ਦੀ ਕਠਪੁਤਲੀ ਸਮਝਦਾ ਹੈ। ਅਸੀਂ ਅਕਸਰ ਸੇਵਾਦਾਰਾਂ ਨੂੰ ਇਹ ਕਹਿੰਦੇ ਹੋਏ ਸੁਣਿਆ ਹੈ ਕਿ ਕੁੱਲ ਮਾਲਿਕ ਦੀ ਦਇਆ ਮਿਹਰ ਨਾਲ ਸਾਡਾ ਕਾਰਜ ਹੋਇਆ ਹੈ। Every sevadar of every department feels that he has come and done the seva through us. We have to put in our effort, we have to practice, but at that moment when you're on the hot seat, whether it's singing or translation or construction or publications, a word will be thrown into your mind when you need it, or the note will come to you when you can't find it. And we know it's him. We know it's him. He worships himself through us. I've come to understand that only through seva, because I haven't reached the meditation part yet. But seva, he's allowed us to see that he comes and he is the master of his own show. ਹਜ਼ੂਰ ਮਹਾਰਾਜ ਜੀ ਫਰਮਾਇਆ ਕਰਦੇ ਸਨ ਕਿ ਜਿਸ ਤਰ੍ਹਾਂ ਪੰਛੀ 2 ਪਰਾਂ ਦੇ ਸਹਾਰੇ ਉੱਡਦਾ ਹੈ, ਉਸੇ ਤਰ੍ਹਾਂ ਸਾਨੂੰ ਵੀ ਅੰਦਰਲੇ ਆਕਾਸ਼ ਵਿੱਚ ਉਡਾਰੀ ਮਾਰਨ ਲਈ ਯਤਨ ਅਤੇ ਦਇਆ ਦੇ 2 ਖੰਭਾਂ ਦੀ ਲੋੜ ਹੈ। ਸੇਵਾ ਉੱਤੇ ਵੀ ਯਤਨ ਅਤੇ ਦਇਆ ਦੀ ਇਹ ਦੈਵੀ ਵਿਧੀ ਲਾਗੂ ਹੁੰਦੀ ਹੈ। ਜਦੋਂ ਸੇਵਾਦਾਰ ਨਿਸ਼ਕਾਮ ਭਾਵ ਨਾਲ ਸੇਵਾ ਕਰਦਾ ਹੈ, ਜਦੋਂ ਉਹ ਕਰਤੱਵ ਦੀ ਪਾਲਣਾ ਲਈ ਬਗੈਰ ਕਿਸੇ ਆਸ਼ਾ ਜਾਂ ਇੱਛਾ ਦੇ ਆਪਣੀ ਸਮਰੱਥਾ ਅਨੁਸਾਰ ਖੁਸ਼ੀ-ਖੁਸ਼ੀ ਪੂਰਾ ਯਤਨ ਕਰਦਾ ਹੈ, ਤਾਂ ਉਹਦੇ ਉੱਤੇ ਕੁੱਲ ਮਾਲਕ ਦੀ ਰਹਿਮਤ ਦੀ ਵਰਖਾ ਜ਼ਰੂਰ ਹੁੰਦੀ ਹੈ। We met Babaji for his blessings on 8 February 1998 at Ahmedabad. I said, Hazur, the post of Chief Engineer is likely to get vacant at the end of February at Chandigarh. If I get posted at Chandigarh, it will provide an opportunity to me
to be near Dera and to do seva. Babaji replied, wherever you are posted, take it as the will of the Lord, seva, whatever and to whatever extent is required to be taken, it will be God done through you. In retrospect, I realize it was his ordain, because at that point of time, I never imagined I will be coming to Dera for seva. It is his grace only. He is the doer, he gets the things done. Honestly speaking, the only effort on my part was to accept any kind of seva, whether of engineering or satsang or administrative, being thankful to him, taking it as his grace. If you're offered seva, do it. Don't think about if you're worthy or if you're qualified or if you're good enough to do it. Just do it. Do your best to do it to the best of your ability and have faith that he will carry it out the way he would like to see it done. It is by his grace we get an opportunity to do any seva of anybody. Everybody can't get the opportunity of doing seva, I would say. It is entirely his grace that we are capable and we get an opportunity to do seva. Many people may be wanting it, may be anxious to do it, they never get an opportunity to do it. Their circumstances don't permit them, their environment's atmosphere doesn't permit them, their family commitments don't permit them. So it's by his grace that we get this opportunity, I would say. ਮੁੱਕਦੀ ਗੱਲ ਤਾਂ ਇਹ ਹੈ ਕਿ ਹਰ ਸੇਵਾਦਾਰ ਨੂੰ ਸਤਿਗੁਰ ਪ੍ਰਤੀ ਅਪਾਰ ਪ੍ਰੇਮ ਤੋਂ ਹੀ ਸੇਵਾ ਦੀ ਪ੍ਰੇਰਣਾ ਮਿਲਦੀ ਹੈ। ਜਿੰਨਾ ਵੱਧ ਕੋਈ ਆਪਣੇ ਆਪ ਨੂੰ ਸੇਵਾ ਵਿੱਚ ਸਮਰਪਿਤ ਕਰਦਾ ਹੈ, ਉਨਾ ਵੱਧ ਉਸ ਨੂੰ ਪ੍ਰੇਮ ਪ੍ਰਾਪਤ ਹੁੰਦਾ ਹੈ। I think for me, my master is the best example. When he went ahead to help the needy people in Gujarat, otherwise in Nepal also, outside our country, he went and did seva before anybody could realize what had happened. And he does everything without propagating, without expecting anything in return. So I think that's my motivational force. Motivation, basically, it was, I would say, it was the love of Maharaji. He was pure love. We miss him today because of his love, which was overflowing. The love of the master cannot be explained. I was 26 years old when I heard that they needed a landscape architect for Hazur Maharaji's hospital in Beas. So I wrote a letter saying, I know that, seva takes a lot of effort, but I'm willing to do whatever it takes to do this seva. And the next thing I know, I was at Dera for 7 months, 1983 to 1984. I just graduated from design school, so I was full of all these ideals. And all the gentlemen I was working with were all retired Army and railroad, and they wanted to make everything straight. And I wanted to curve all the roads around the trees and everything and make it very, organic. So I explained this to Maharaji, and he said, yes, this is good because not a single tree should be removed more than is necessary, because it is with great difficulty that we grow the trees. Of course, Maharaji left in 1990, and I thought, wow, this is the end. 1995, I got invited by Dr. Templer again, who was been the architect for the hospital, to help with the design of the site plan for Fayetteville. And we had done this plan, and we met Babaji in Hawaii. And we were sitting in a hotel room, and I was sitting next to him like this, and I laid out the drawing, and he goes, oh,
so many trees. He turned to me, Babaji said, not a single tree should be removed more than is necessary, because it is with great difficulty that we grow the trees. I just looked at him and I said, you know, you remind me of Hazur when you say that. So that was pretty profound seva experience. ਵਕਤ ਬੀਤਣ ਨਾਲ ਸਾਨੂੰ ਇਹ ਅਹਿਸਾਸ ਹੋਣਾ ਸ਼ੁਰੂ ਹੋ ਜਾਂਦਾ ਹੈ ਕਿ ਸੇਵਾ ਵਿੱਚ ਸਭ ਕੁਝ ਸ਼ਾਮਿਲ ਹੈ। ਸਾਡੇ ਲਈ ਸੇਵਾ ਜੀਵਨ ਜਾਂਚ, ਜੀਵਨ ਵਿਧੀ ਬਣ ਜਾਂਦੀ ਹੈ, ਹੁੰਦੇ ਹੁੰਦੇ ਸਾਡੇ ਜੀਵਨ ਦਾ ਆਧਾਰ ਬਣ ਜਾਂਦੀ ਹੈ। ਕੁਝ ਸੇਵਾਦਾਰਾਂ ਨੂੰ ਪੁੱਛਿਆ ਗਿਆ ਕਿ ਸੇਵਾ ਤੋਂ ਬਗੈਰ ਜੀਵਨ ਕਿਸ ਤਰ੍ਹਾਂ ਦਾ ਹੋਵੇਗਾ। A patient's life without the doctor, without his medication, painful. A hole in the heart. I die. I think I'd say, yeah, pointless. It would be pointless without seva. जब सेवा ना होए तो कुछ नहीं। सेवा तो बिना कुछ नहीं जिंदगी। ਹਜ਼ੂਰ ਮਹਾਰਾਜ ਜੀ ਅਕਸਰ ਕਿਹਾ ਕਰਦੇ ਸਨ ਕਿ ਭਾਗਾਂ ਵਾਲੇ ਹਨ ਉਹ ਜਿਨ੍ਹਾਂ ਨੂੰ ਦੂਸਰਿਆਂ ਦੀ ਸੇਵਾ ਦਾ ਮੌਕਾ ਮਿਲਦਾ ਹੈ। ਜਦੋਂ ਵੀ ਕੋਈ ਹਜ਼ੂਰ ਦਾ ਉਹਨਾਂ ਦੀ ਉੱਤਮ ਮਹਿਮਾਨ ਨਵਾਜ਼ੀ ਲਈ ਸ਼ੁਕਰੀਆ ਕਰਦਾ ਤਾਂ ਆਪ ਪਿਆਰ ਨਾਲ ਫਰਮਾਉਂਦੇ, This institution belongs to all of you. Every center belongs to Satsangi. And Sevadar of every center is happy and take it as a privilege to serve the Sangat. It may be anywhere, maybe in your country, maybe in this country, it's immaterial. Because Babaji Maharaj and the great master laid the foundation of Sant Mat on love and devotion, on service, on humility, on bhajan and simran. And all those high traditions are growing. And I am glad to see it's growing. So it belongs to, all these institutions belongs to every satsangi, every one of you. You are part and parcel of all this. ਕਿਉਂਕਿ ਬਹੁਤ ਸਾਰੇ ਸੇਵਾਦਾਰ ਸਤਸੰਗ ਦੇ ਪ੍ਰੋਗਰਾਮਾਂ ਦੌਰਾਨ ਸੇਵਾ ਵਿੱਚ ਰੁੱਝੇ ਰਹਿੰਦੇ ਹਨ, ਇਸ ਲਈ ਨਾ ਹੀ ਉਹਨਾਂ ਨੂੰ ਸਤਸੰਗ ਸੁਣਨ ਦਾ ਮੌਕਾ ਮਿਲਦਾ ਹੈ ਅਤੇ ਨਾ ਹੀ ਸਤਿਗੁਰੂ ਦੇ ਦਰਸ਼ਨ ਕਰਨ ਦਾ। ਨਿਸ਼ਕਾਮ ਸੇਵਾ ਦਾ ਇਹ ਅਨੰਤ ਅਪਾਰ ਵਰਦਾਨ ਹੈ ਕਿ ਜਿਸ ਸੇਵਾਦਾਰ ਦੇ ਮਨ ਵਿੱਚ ਪ੍ਰੇਮ ਅਤੇ ਲੋਚਾ ਹੁੰਦੀ ਹੈ, ਉਹ ਜਿੱਥੇ ਮਰਜ਼ੀ ਹੋਵੇ ਉਸ ਨੂੰ ਸਤਿਗੁਰੂ ਆਪਣੇ ਅੰਗ ਸੰਗ ਮਹਿਸੂਸ ਹੁੰਦੇ ਹਨ। ਪ੍ਰੇਮ ਦੇ ਮਾਰਗ ਉੱਤੇ ਪ੍ਰੀਤਮ ਦੀ ਜੁਦਾਈ ਦੀ ਤੜਪ ਜ਼ਰੂਰੀ ਹੈ। ਸਤਿਗੁਰੂ ਨੂੰ ਹਰ ਦਿਲ ਦੀ ਲੋਚਾ ਬਾਰੇ ਪਤਾ ਹੁੰਦਾ ਹੈ, ਇਸ ਲਈ ਹਰ ਸਤਸੰਗ ਦੇ ਪ੍ਰੋਗਰਾਮ ਦੇ ਅੰਤ ਵਿੱਚ ਸਤਿਗੁਰੂ ਸਭ ਸੇਵਾਦਾਰਾਂ ਨੂੰ ਆਪਣੇ ਪ੍ਰੇਮ ਨਾਲ ਭਰਿਆ ਇੱਕ ਅਨਮੋਲ ਵਰਦਾਨ ਬਖਸ਼ਦੇ ਹਨ, ਜਿਹੜਾ ਉਹਨਾਂ ਦਾ ਸਹਾਰਾ ਹੁੰਦਾ ਹੈ। ਉਹ ਅੰਮ੍ਰਿਤ ਜੋ ਉਹਨਾਂ ਦੇ ਦਿਲਾਂ ਵਿੱਚ ਉੱਠਣ ਵਾਲੀ ਲੋਚਾ ਦੀ ਪਿਆਸ ਨੂੰ ਸ਼ਾਂਤ ਕਰ ਦਿੰਦਾ ਹੈ। रख दिया मन तेरे चरणों में, दृढ़ विश्वास अब तुझ पर मेरा, चिंता नहीं रही कोई मुझको, पक्का निश्चय है ये मेरा, चाहे तारे
चाहे डुबो दे सदा कहा मानूंगा तेरा मांगू ना मैं कभी भी कुछ भी कृपा दान यह दे दे मुझको अगर नहीं तो क्या करूं सेवा प्रभु यह तो समझा दे मुझको करूं मैं कुछ या जो हो देखूं तू का कहे ये बता दे मुझको रख दिया मन तेरे चरणों में दृढ़ विश्वास अब तुझ पर मेरा दृढ़ विश्वास अब तुझ पर मेरा ਇੱਕ ਵਾਰ ਕਿਸੇ ਨੇ ਸਤਿਗੁਰੂ ਨੂੰ ਪੁੱਛਿਆ, ਤੁਸੀਂ ਜੀਵਨ ਵਿੱਚ ਕੀ ਚਾਹੁੰਦੇ ਹੋ? ਉਹਨਾਂ ਨੇ ਸਹਿਜ ਹੀ ਜਵਾਬ ਦਿੱਤਾ, ਆਪਣੇ ਸਤਿਗੁਰੂ ਦੀ ਖੁਸ਼ੀ। ਕਿਸੇ ਹੋਰ ਅਵਸਰ ਤੇ ਆਪ ਨੂੰ ਪੁੱਛਿਆ ਗਿਆ ਕਿ ਤੁਹਾਡਾ ਰੋਲ ਕੀ ਹੈ, ਤਾਂ ਆਪ ਨੇ ਜਵਾਬ ਦਿੱਤਾ, ਮੈਂ ਇੱਕ ਸੇਵਾਦਾਰ ਹਾਂ। ਇਹ ਸੰਤ ਸਤਿਗੁਰੂਆਂ ਦੀ ਨਿਮਰਤਾ ਹੈ ਕਿ ਉਹ ਆਪਣੀ ਅਨੰਤ ਮਹਾਨਤਾ ਦੇ ਬਾਵਜੂਦ ਆਪਣੇ ਆਪ ਨੂੰ ਸੰਗਤ ਦੇ ਸੇਵਾਦਾਰ ਦੇ ਰੂਪ ਵਿੱਚ ਦੇਖਦੇ ਹਨ। ਇੱਕ ਵਾਰ ਹਜ਼ੂਰ ਮਹਾਰਾਜ ਜੀ ਨੇ ਕਿਹਾ, ਮੈਂ ਕੁੱਲ ਮਾਲਕ ਦਾ ਨੌਕਰ ਹਾਂ ਅਤੇ ਕੁੱਲ ਮਾਲਕ ਹਰ ਇੱਕ ਦੇ ਅੰਦਰ ਮੌਜੂਦ ਹੈ। ਗੱਦੀ ਨਸ਼ੀਨੀ ਸਮੇਂ ਹਜ਼ੂਰ ਮਹਾਰਾਜ ਜੀ ਦਾ ਪਹਿਲਾ ਪ੍ਰਵਚਨ ਸੰਤਾਂ ਮਹਾਤਮਾਵਾਂ ਦੀ ਨਿਮਰਤਾ ਦੀ ਮਿਸਾਲ ਹੈ। ਹਜ਼ੂਰ ਮਹਾਰਾਜ ਜੀ ਦਾ ਪਿਆਰ, ਸਰਦਾਰ ਬਹਾਦਰ ਮਹਾਰਾਜ ਜੀ ਦਾ ਹੁਕਮ ਔਰ ਸੰਗਤ ਦਾ ਪ੍ਰੇਮ ਮੈਨੂੰ ਮਜਬੂਰ ਕਰਦਾ ਹੈ ਕਿ ਡੇਰੇ ਔਰ ਸੰਗਤ ਦੀ ਸੇਵਾ ਕਰਨ ਦਾ ਹੁਕਮ ਸਰਦਾਰ ਬਹਾਦਰ ਮਹਾਰਾਜ ਜੀ ਮੈਨੂੰ ਦੇ ਗਏ ਹਨ, ਉਸ ਨੂੰ ਪੂਰਾ ਕਰਨ ਦੀ ਪੂਰੀ ਕੋਸ਼ਿਸ਼ ਕਰਾਂ। ਲੇਕਿਨ ਜਦੋਂ ਮੈਂ ਆਪਣੇ ਵੱਲ ਅਤੇ ਆਪਣੀ ਕਮਜ਼ੋਰੀਆਂ ਵੱਲ ਦੇਖਦਾ ਹਾਂ ਤਾਂ ਸਮਝ ਨਹੀਂ ਆਉਂਦਾ, ਦਿਲ ਘਬਰਾਉਂਦਾ ਹੈ ਕਿ ਉਹਨਾਂ ਦੇ ਐਡੇ ਵੱਡੇ ਹੁਕਮ ਦੀ ਪਾਲਣਾ ਕਿਸ ਤਰ੍ਹਾਂ ਕਰ ਸਕਦਾ ਹਾਂ। ਸੰਗਤ ਦੇ ਪਿਆਰ ਸਦਕਾ ਅਤੇ ਹਜ਼ੂਰ ਮਹਾਰਾਜ ਜੀ ਦੇ ਭਰੋਸੇ ਕਾਰਨ ਮੈਂ ਆਪਣੇ ਆਪ ਨੂੰ ਸੰਗਤ ਦੇ ਹਵਾਲੇ ਕਰ ਦਿੱਤਾ ਹੈ। ਜੋ ਸੰਗਤ ਮੁਨਾਸਬ ਸਮਝੇ ਕਰ ਸਕਦੀ ਹੈ। ਇੱਕ ਵਾਰ ਹਜ਼ੂਰ ਮਹਾਰਾਜ ਜੀ ਨੇ ਇੰਦੌਰ ਵਿਖੇ ਇੱਕੋ ਦਿਨ ਨਾਮਦਾਨ ਦੇ 3 ਸੈਸ਼ਨ ਰੱਖ ਦਿੱਤੇ। ਆਪ ਰਾਤ 11 ਵਜੇ ਭੋਜਨ ਖਾ ਕੇ ਗੱਡੀ ਦੁਆਰਾ ਦਿੱਲੀ ਲਈ ਰਵਾਨਾ ਹੋ ਗਏ। ਆਪ ਨੇ ਸਾਰੀ ਰਾਤ ਗੱਡੀ ਵਿੱਚ ਸਫ਼ਰ ਕੀਤਾ ਤਾਂ ਕਿ ਅਗਲੇ ਦਿਨ ਸਵੇਰੇ ਦਿੱਲੀ ਵਿਖੇ ਸਤਸੰਗ ਫਰਮਾ ਸਕਣ। ਦਿੱਲੀ ਤੋਂ ਆਪ ਬਿਆਸ ਲਈ ਰਵਾਨਾ ਹੋ ਗਏ ਤਾਂ ਕਿ ਭੰਡਾਰੇ ਉੱਤੇ ਸਮੇਂ ਸਿਰ ਪਹੁੰਚ ਜਾਣ। ਆਪ ਜੀ ਦੀ ਸੰਗਤ ਪ੍ਰਤੀ ਪ੍ਰਵਾਹ ਦਾ ਕੋਈ ਹੱਦ ਬੰਨਾ ਨਹੀਂ ਸੀ।
ਜਦੋਂ ਆਪ ਨੂੰ ਪਹਿਲੀ ਵਾਰ ਦਿਲ ਦਾ ਦੌਰਾ ਪਿਆ ਤਾਂ ਹਜ਼ੂਰ ਮਹਾਰਾਜ ਨੇ ਆਪਣੇ ਡਾਕਟਰ ਨੂੰ ਸਮਝਾਇਆ ਕਿ ਉਹਨਾਂ ਲਈ ਆਪਣੇ ਪ੍ਰੋਗਰਾਮ ਵਿੱਚ ਕਾਂਟ ਛਾਂਟ ਕਰ ਸਕਣਾ ਕਿਉਂ ਸੰਭਵ ਨਹੀਂ। आपने फरमाया, डॉक्टर साहब माहीगीर मच्छियाँ फड़न ਲਈ पानी ਵਿੱਚ ਭੋਜਨ ਸੁੱਟਦਾ ਹੈ ਤਾਂ ਕਿ ਮੱਛੀਆਂ ਜਾਲ ਵੱਲ ਖਿੱਚੀਆਂ ਜਾਣ। ਜਿੰਨੀਆਂ ਮਰਜ਼ੀ ਮੱਛੀਆਂ ਜਾਲ ਵਿੱਚ ਫਸ ਜਾਣ, ਉਹ ਇਹ ਕਹਿ ਕੇ ਜਾਲ ਨੂੰ ਖਿੱਚਣ ਤੋਂ ਇਨਕਾਰ ਨਹੀਂ ਕਰ ਸਕਦਾ ਕਿ ਉਹ ਬਹੁਤ ਭਾਰਾ ਹੈ। ਉਸ ਨੂੰ ਪਾਣੀ ਵਿੱਚ ਚੋਗਾ ਪਾਉਣ ਤੋਂ ਪਹਿਲਾਂ ਸੋਚਣਾ ਚਾਹੀਦਾ ਸੀ। ਉਸ ਤੋਂ ਬਾਅਦ ਸਾਰਾ ਭਾਰ ਖਿੱਚਣ ਤੋਂ ਸਿਵਾ ਉਹਦੇ ਕੋਲ ਕੋਈ ਚਾਰਾ ਨਹੀਂ ਹੁੰਦਾ। ਹੁਣ ਇੰਨੇ ਜੀਵਾਂ ਨੂੰ ਨਾਮਦਾਨ ਬਖਸ਼ਣ ਤੋਂ ਬਗੈਰ ਦੂਜਾ ਕੋਈ ਰਸਤਾ ਨਹੀਂ। ਚਿੰਤਾ ਨਾ ਕਰੋ, ਮੈਂ ਬਿਲਕੁਲ ਠੀਕ ਰਹਾਂਗਾ। ਹਜ਼ੂਰ ਵੱਡੇ ਮਹਾਰਾਜ ਦਾ ਕੰਮ ਕਰਦੇ ਹੋਏ ਮੈਨੂੰ ਕਦੇ ਥਕਾਵਟ ਨਹੀਂ ਹੁੰਦੀ। ਮੈਂ ਆਪਣਾ ਫਰਜ਼ ਪੂਰਾ ਕਰਦੇ ਹੋਏ ਖੁਸ਼ ਹੁੰਦਾ ਹਾਂ। ਹਜ਼ੂਰ ਮਹਾਰਾਜ ਜੀ ਦੀ ਉਮਰ ਦੇ 40 ਸਾਲ ਆਪਣੇ ਸਤਿਗੁਰੂਆਂ ਦੁਆਰਾ ਸੌਂਪੇ ਸੰਗਤ ਦੀ ਸੇਵਾ ਦੇ ਕਾਰਜ ਵਿੱਚ ਸਮਰਪਿਤ ਸਨ। ਸਾਰਾ ਕਿਉਂਕਿ ਅਲਟੀਮੇਟਲੀ ਇਸ ਹਿੱਸੇ ਨੂੰ ਮੈਂ ਲੰਗਰ ਦੇ ਅੰਦਰ ਲਿਆਉਣਾ ਤੇ ਲੰਗਰ ਦਾ ਪਰਲਾ ਬੰਦਾ ਲੈਵਲ ਹੈ ਨਾ ਉਹ ਵੀ ਦੇਖ ਲੈਣਾ, ਸ਼ੂਟ ਕਰ ਦੇਗਾ। ਹਾਂ, ਉਸ ਆਪਨੇ ਆਪਣੇ ਅੰਤਿਮ ਦਿਨ ਦਫ਼ਤਰ ਵਿੱਚ ਮੇਜ਼ ਉੱਤੇ ਪਈ ਡਾਇਰੀ ਵਿੱਚ ਲਿਖਿਆ, ਆਪਣੇ ਗੁਰੂ ਸੱਚੇ ਗੁਰੂ ਦੀ ਸੇਵਾ ਵਿੱਚ। ਗੱਦੀ ਨਸ਼ੀਨੀ ਦੇ ਵਕਤ ਬਾਬਾ ਜੀ ਨੇ ਆਪਣੇ ਪਹਿਲੇ ਪ੍ਰਵਚਨ ਵਿੱਚ ਕਿਹਾ, ਇਹ ਦਾਸ ਇਸ ਵਕਤ ਬਹੁਤ ਕੁਝ ਨਹੀਂ ਕਹਿ ਸਕਦਾ। ਉਹ ਸਿਰਫ ਇੰਨਾ ਹੀ ਕਹਿ ਸਕਦਾ ਹੈ ਕਿ ਹਜ਼ੂਰ ਵੱਡੇ ਮਹਾਰਾਜ ਜੀ ਅਤੇ ਆਪਣੇ ਸਤਿਗੁਰੂ ਹਜ਼ੂਰ ਮਹਾਰਾਜ ਜੀ ਦੇ ਹੁਕਮ ਅਨੁਸਾਰ ਮੈਂ ਆਪਣੇ ਆਪ ਨੂੰ ਸੰਗਤ ਦੀ ਸੇਵਾ ਲਈ ਹਾਜ਼ਰ ਕਰ ਰਿਹਾ ਹਾਂ। ਸਾਨੂੰ ਸਭ ਨੂੰ ਹਜ਼ੂਰ ਮਹਾਰਾਜ ਜੀ ਦੇ ਨਿਰਮਲ ਅਤੇ ਉੱਚ ਕੋਟੀ ਦੇ ਉਪਦੇਸ਼ ਵਿੱਚ ਪੂਰਾ ਭਰੋਸਾ ਰੱਖਦੇ ਹੋਏ ਉਹਨਾਂ ਦੁਆਰਾ ਆਪਣੀ ਨਿੱਜੀ ਉਦਾਹਰਨ ਰਾਹੀਂ ਸਥਾਪਿਤ ਕੀਤੇ ਆਦਰਸ਼ ਤੋਂ ਪ੍ਰੇਰਣਾ ਪ੍ਰਾਪਤ ਕਰਦੇ ਹੋਏ ਉੱਤਮ ਸਤਸੰਗੀ ਵਾਲਾ ਜੀਵਨ ਬਿਤਾਉਣ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਪ੍ਰੇਮ ਅਤੇ ਸ਼ਰਧਾ ਪੂਰਵਕ ਭਜਨ ਸਿਮਰਨ ਵੱਲ ਧਿਆਨ ਦੇਣਾ ਚਾਹੀਦਾ ਹੈ। ਸ਼ੁਰੂ ਤੋਂ ਹੀ ਹਰ ਸਤਿਗੁਰੂ ਪ੍ਰੇਮ ਭਰੋਸੇ ਅਤੇ ਲਗਨ ਨਾਲ ਆਪਣੇ ਸਤਿਗੁਰੂਆਂ ਦੁਆਰਾ ਸੌਂਪਿਆ ਪਰਮਾਰਥੀ ਕਾਰਜ ਕਰਦਾ ਆ ਰਿਹਾ ਹੈ। ਸਤਿਗੁਰੂ ਸੱਚੇ ਸੇਵਾਦਾਰ ਹੁੰਦੇ ਹਨ, ਆਪਣੇ ਸਿੱਖਾਂ ਸੇਵਕਾਂ ਲਈ ਇੱਕ ਸ਼ਾਨਦਾਰ ਉਦਾਹਰਨ। I think all through his life, the Master has given his prime years to Seva, to Satsang, and to the Sangat. So if we can do anything on our part, is just give our best, put in our best foot forward, and have that faith that he will carry through. He will take you through whichever way it is. He's driving, he's flying you, he's holding you. That's it. ਜਿਵੇਂ ਕਿ ਬਾਬਾ ਜੀ ਅਤੇ ਸਾਰੇ ਸਤਿਗੁਰੂਆਂ ਨੇ ਸਾਨੂੰ ਸਿੱਖਿਆ ਦਿੱਤੀ ਹੈ ਕਿ ਪਰਮਾਰਥੀ ਮਾਰਗ ਦਾ ਪਾਂਧੀ ਹਰ ਸਤਸੰਗੀ ਇੱਕ ਸੇਵਾਦਾਰ ਹੈ, ਆਤਮਾ ਦਾ ਸੇਵਾਦਾਰ। ਵੱਡੇ ਮਹਾਰਾਜ ਜੀ ਨੇ ਫਰਮਾਇਆ ਹੈ, ਸਤਿਗੁਰੂਆਂ ਦੀ ਸਰਵਸ਼੍ਰੇਸ਼ਟ ਸੇਵਾ ਪ੍ਰੇਮ ਭਰੋਸੇ ਨਾਲ ਸਮਝਾਈ ਗਈ ਯੁਕਤੀ ਅਨੁਸਾਰ ਭਜਨ ਸਿਮਰਨ ਦਾ ਅਭਿਆਸ ਕਰਨਾ ਹੈ, ਕਿਉਂਕਿ ਇਸ ਤਰ੍ਹਾਂ ਕਰਨ ਨਾਲ ਅਸੀਂ ਸਤਿਗੁਰੂਆਂ ਦਾ ਕਾਰਜ ਕਰ ਰਹੇ ਹੁੰਦੇ ਹਾਂ। ਸਾਨੂੰ ਸੱਚਖੰਡ ਪਹੁੰਚਾਉਣ ਦੀ ਸਤਿਗੁਰੂ ਦੀ ਜ਼ਿੰਮੇਵਾਰੀ ਵਿੱਚ ਅਸੀਂ ਉਹਨਾਂ ਦੀ ਸਹਾਇਤਾ ਕਰ ਰਹੇ ਹੁੰਦੇ ਹਾਂ। Sister, service to Master is to follow the teachings, follow his instructions, to attend to your meditation, to live the way of Sant Mat. That is service to the Master.
As Christ said, that sower is happy, and where the seed is sown, he is also happy. Gardener, when he is able to see a tree bearing fruit, he becomes happy. And the tree naturally, when it gives fruit, it's happy. So the real service of the master is to attend to your meditation and to change your way of life according to the Santmat principles. That's the only service to the master. सतगुर की सेवा सफल है जे को करे चित लाए मन चिंदिया फल पावना हाँ मैं विच हो जाए बंधन तोड़े मुक्त होए सच्चे रहे समाए सतगुर की सेवा सफल है जे को करे चित लाए इस जग में है नाम अलभ है गुरमुख वसै मन आए नानक जो गुर सेव है आपना औ तिन बलिहार जाओ सतगुर की सेवा सफल है जे को करे चित लाए